ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 49 ਪੌੜੀ। ਸਾਹਿਬ ਹੋਏ ਦਿਆਲ ਕਿਰਪਾ ਕਰੇ, ਤਾਂ ਸਾਈਂ ਕਾਰ ਕਰੈਂਸੀ। ਸੋ ਸੇਵਕ ਸੇਵਾ ਕਰੇ, ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏਂਸੀ। ਖਸਮੇ ਭਾਵੇ ਸੋ ਕਰੇ, ਮਨੁ ਚਿੰਤਿਆ ਸੋ ਫਲ ਪਾਏਂਸੀ। ਤਾਂ ਦਰਗੇ ਪੈਦਾ ਜਾਏਸੀ। ਸਾਹਿਬ ਹੋਏ ਦਿਆਲ ਕਿਰਪਾ ਕਰੇ, ਤਾਂ ਸਾਈ ਕਾਰ ਕਰਾਏਸੀ। ਸਾਹਿਬ ਬਾਰੇ ਬਾਣੀ ਸਾਨੂੰ ਸਮਝਾਉਂਦੀ ਹੈ, ਸੱਚ ਸਭਨਾ ਕਾ ਖਸਮ ਹੈ। ਮਾਲਕ ਹੈ ਭਾਈ, ਉਹਨੇ ਸ੍ਰਿਸ਼ਟੀ ਸਾਜੀ ਹੈ, ਉਹੀ ਤਾਂ ਨਾਮ ਹੈ। ਸਾਰੇ ਧਰਮ ਰੌਲਾ ਪਾਉਂਦੇ ਆ, ਨਾਮ ਜਪੋ ਜੀ, ਰੱਬ ਕੰਨੀ ਧਿਆਨ ਲਾਓ, ਮੌਤ ਦਾ ਖਿਆਲ ਰੱਖੋ। ਉਹੀ ਤਾਂ ਬਾਣੀ ਗਿਆਨ ਦਿੰਦੀ ਆ ਆਪਾਂ ਨੂੰ। ਮੌਤ ਦਾ ਕੰਮ ਵੀ ਮੁੱਕਦਾ ਹੈ, ਉਹਦੇ ਚਰਨਾਂ 'ਚ ਵੀ ਪਹੁੰਚ ਜਾਂਦੇ ਹਾਂ, ਧਿਆਨ ਵੀ ਲੱਗਦਾ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਘਾਲ 'ਚੋਂ ਨਿਕਲ ਜਾਂਦੇ ਨੇ ਉਹ। ਪਰ ਅਸੀਂ ਤਾਂ ਗੱਲਾਂ ਨਾਲ ਹੀ ਇਹ ਪ੍ਰਾਪਤੀ ਚਾਹੁੰਦੇ ਹਾਂ। ਜੇ ਅਸੀਂ ਮੌਤ ਯਾਦ ਰੱਖਾਂਗੇ, ਮੌਤ ਸਾਨੂੰ ਛੱਡ ਦੂਗੀ। ਧਿਆਨ ਕਿਹਦੇ ਨਾਲ ਲਾਵਾਂਗੇ? ਧਿਆਨ ਉਹਦੇ ਨਾਲ ਲੱਗਦਾ ਹੈ ਜਿਹਦਾ ਸਾਨੂੰ ਗਿਆਨ ਹੋਵੇ। ਉਹੀ ਤਾਂ ਬਾਣੀ ਗਿਆਨ ਕਰਾਉਂਦੀ ਹੈ। ਇਹ ਭਗਤ ਗੁਰੂ ਸਾਹਿਬਾਨਾਂ ਦਾ ਭਗਤ ਮਾਰਗ ਹੈ। ਇਹ ਸੰਸਾਰ ਤੋਂ ਵੱਖਰਾ ਮਾਰਗ ਹੈ। ਭਗਤਾਂ ਤੈਂ ਸੰਸਾਰੀਆਂ ਜੋੜ ਕਦੇ ਨਾ ਆਈਆਂ। ਆਨੰਦ ਸਾਹਿਬ ਦੀ ਬਾਣੀ ਵੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ। ਜਦੋਂ ਸੰਸਾਰ 'ਚੋਂ ਸਾਨੂੰ ਸੱਚ ਦਾ ਗਿਆਨ ਪੈਦਾ ਹੁੰਦਾ ਜਾਂ ਸਮਝ ਆਉਂਦੀ ਹੈ, ਉਹ ਸਾਹਿਬ ਦੀ ਕਿਰਪਾ ਹੀ ਹੁੰਦੀ ਹੈ। ਉਦੋਂ ਸਾਡੀ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ, ਜਿਹਨੂੰ ਅਸੀਂ ਮਹਿਸੂਸ ਨਾ ਕਰ ਸਕੀਏ, ਸਾਨੂੰ ਕਿਵੇਂ ਹੋ ਜੂ ਗਿਆਨ? ਫਿਰ ਸਾਨੂੰ ਕਿਵੇਂ ਦਰਸ਼ਨ ਹੋ ਜੂਗਾ? ਅਸੀਂ ਤਾਂ ਅੱਖਾਂ ਨਾਲ ਦਰਸ਼ਨ ਭਾਲਦੇ ਹਾਂ, ਸਾਖਸਾਤ ਸਾਹਮਣੇ ਦਰਸ਼ਨ ਭਾਲਦੇ ਹਾਂ। ਸਾਰੇ ਧਰਮ ਕਹਿੰਦੇ ਨੇ, ਪਿੱਛੇ ਤੋਂ ਪ੍ਰਚਲਿਤ ਮੱਤਾਂ ਆਪਾਂ ਦੇਖਦੇ ਆਉਂਦੇ, ਸਾਰਾ ਕੁਛ ਹੀ ਸਰੀਰ ਤੱਕ ਸੀਮਤ ਹੈ। ਭਗਤੀਆਂ, ਹਠ ਯੋਗ, ਤਪ ਯੋਗ, ਭਗਤੀ ਨਹੀਂ ਭਾਈ। ਇਹ ਸਰੀਰ ਤੋਂ ਪਰੇ ਨਿਰਾਕਾਰ ਦੁਨੀਆ, ਭਾਵ ਆਕਾਰ ਤੋਂ ਰਹਿਤ। ਆਕਾਰ ਤੋਂ ਰਹਿਤ ਤੋਂ ਭਾਵ ਜਿਹੜਾ ਅੱਖਾਂ ਨੂੰ ਦੀਂਦਾ ਨਹੀਂ ਸਾਨੂੰ। ਫਿਰ ਵੀ ਬਹੁਤ ਝੂਠ ਬੋਲਿਆ ਗਿਆ। ਉਹ ਝੂਠ ਦੇ ਪਰਦੇ ਤਾਂ ਭਾਈ ਬਾਣੀ ਚੱਕਦੀ ਹੈ। ਇਹ ਉਹਨਾਂ ਦੀ ਚੱਕ ਹੋਣੀ ਹੈ ਜਿਹੜੇ ਸੱਚ ਨਾਲ ਜੋੜਨਗੇ, ਗੁਰ ਸ਼ਬਦ ਦੀ ਵਿਚਾਰ 'ਚ ਲੱਗਣਗੇ, ਭਾਣੇ 'ਚ ਰਹਿਣਗੇ, ਉਹਨਾਂ ਦੀ ਚੱਕ ਹੋਣੇ ਨੇ। ਸਾਹਿਬ ਕੀ ਹੈ? ਹੁਕਮ ਹੈ ਭਾਈ। ਹੁਕਮਾਂ ਨਾਲ ਤਾਂ ਸ੍ਰਿਸ਼ਟੀ ਸਾਜੀ ਜਾਂਦੀ ਹੈ। ਨਾਮੇ ਉਤਪਤ ਨਾਮੇ ਪਰਲੋ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲੇ ਜੰਤ, ਸਗਲ ਸਮਗਰੀ ਆਪਣੇ ਸੂਤਰ ਧਾਰੀ। ਫਿਰ ਵੀ ਕਹਿੰਦੇ ਅਸੀਂ ਉਹਨੂੰ ਵਸ 'ਚ ਕਰ ਲੈਂਦੇ ਹਾਂ। ਇਹ ਵੀ ਝੂਠ ਬਹੁਤ ਬੋਲਿਆ ਗਿਆ। ਭਗਤ ਵਸ ਕਰ ਲੈਂਦੇ ਨੇ। ਲਓ, ਨਹੀਂ ਭਾਈ, ਮਨ ਦਾ ਸੁਭਾਅ ਆ ਝੂਠ ਬੋਲਣਾ। ਉਹੀ ਤਾਂ ਕਾਲ ਦਾ ਤਮਾਸ਼ਾ ਹੈ ਭਾਈ। ਸਗਲ ਕਾਲ ਕਾ ਕੀਆ ਤਮਾਸ਼ਾ ਹੈ। ਉਹ ਹੁਕਮ ਹੈ, ਉਹ ਸਾਹਿਬ ਹੈ ਭਾਈ। ਉਹਦੇ ਹੁਕਮ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ। ਇਹ ਸੱਚਖੰਡ ਤੋਂ ਹੁੰਦਾ ਹੈ। ਹੁਕਮ ਸਾਡੇ ਅੰਦਰ ਅਤਰੀਬ ਦੁਨੀਆ, ਜਿਹਨੂੰ ਦੇਵਲੋਕ ਕਿਹਾ ਗਿਆ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤੀ ਗਾਵਦੇ। ਉਹਦੇ ਦਰ 'ਤੇ ਉਹ ਉੱਥੋਂ ਲੋਕ ਅਤੇ ਪਰਲੋਕ ਦੋਨੇ ਹੀ ਦਿੰਦੇ ਆਪਾਂ ਨੂੰ। ਉਹ ਦੇਵਲੋਕ ਹੈ। ਉੱਥੇ ਸਰੀਰ ਨਹੀਂ ਹੁੰਦਾ। ਉੱਥੇ ਕਿਹਨੇ ਪਹੁੰਚਣਾ? ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਉੱਥੇ ਜਾਤ ਸਰੀਰ ਮਨੁੱਖਾ ਦੇ ਹੀ ਕੁਛ ਨਹੀਂ ਜਾਂਦਾ। ਉੱਥੇ ਧਿਆਨ ਨੇ ਜਾਣਾ, ਬੁੱਧੀ ਨੇ ਜਾਣਾ। ਫਿਰ ਉੱਥੇ ਕਿਵੇਂ ਪਹੁੰਚਾਂਗੇ? ਉਹਦੀ ਕਿਰਪਾ ਨਾਲ। ਪਰ ਅਸੀਂ ਤਾਂ ਲੋਕਾਂ ਦੀ ਕਿਰਪਾ ਕਰੀ ਜਾਂਦੇ ਹਾਂ। ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਸਮਝ ਆਉਂਦੀ ਹੈ ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਪਿਤ ਪਾਲੇ ਜੀਅਨ ਬਹੁ ਭਾਤੀ, ਜਿਹੇ ਜੇ ਜੀ ਬਣਾਏ ਉਹੋ ਜੀ ਖੁਰਾਕ ਉਹਨਾਂ ਨੂੰ। ਚੀਟੀ ਤੇ ਕੁੰਚਰ ਸਤੋਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੋਲਾ। ਚੌਪਈ ਸਾਹਿਬ ਸਮਝਾਇਆ।
ਉਹੀ ਤਾਂ ਸਾਹਿਬ ਹੈ ਭਾਈ। ਕੀੜੀ ਤੇ ਖੁਸ਼ ਨਹੀਂ ਹੁੰਦਾ ਵੀ ਤੂੰ ਥੋੜ੍ਹਾ ਖਾਂਦੀ ਆ, ਹਾਥੀ ਨਾਲ ਨਾਰਾਜ਼ ਨਹੀਂ ਹੁੰਦਾ ਵੀ ਤੂੰ ਜ਼ਿਆਦਾ ਖਾਂਦੀ, ਸਾਰਿਆਂ ਨੂੰ ਦੇਖ ਕੇ ਉਹਦੇ ਅੰਦਰ ਖੁਸ਼ੀ ਪ੍ਰਾਪਤ ਹੁੰਦੀ। ਸਤਿਗੁਰ ਸਮਝਾਉਂਦੇ ਆ, ਅਸੀਂ ਤਾਂ ਅੰਨੇ ਆ, ਸਾਨੂੰ ਕੀ ਪਤਾ। ਉਹ ਸਾਹਿਬ ਆ ਭਾਈ, ਉਹੀ ਤਾਂ ਨਾਮ ਹੈ। ਆ ਬੜੇ ਬੜੇ ਪ੍ਰਚਾਰਕ ਆਪਦੇ ਆਪ ਨੂੰ ਧਾਰਮਿਕ ਆਗੂ ਕਹਾਉਂਦੇ ਆ, ਜੋ ਪਿੱਛੇ ਵੀ ਆਪਾਂ ਵਿਚਾਰਿਆ, ਲੱਖ ਤੱਕ ਉੱਪਰ ਤੀਰਥਾਂ ਲੱਖ ਪੁੰਨਾ ਵਰਮਾਨ ਪ੍ਰਚਾਰ ਕਰਦੇ ਨੇ ਆਪਦੀ ਮੱਤ ਨਾਲ। ਉਹਦੇ ਹੁਕਮ ਤੋਂ ਬਿਨਾਂ, ਹੁਕਮ ਤੋਂ ਸਮਝ ਤੋਂ ਬਿਨਾਂ, ਉਹਦੇ ਦਰਸ਼ਨ ਤੋਂ ਬਿਨਾਂ ਕਿਵੇਂ ਆਪਾਂ ਸੱਚ ਦਾ ਪ੍ਰਚਾਰ ਕਰਾਂਗੇ। ਉਹ ਝੂਠ ਦਾ ਪ੍ਰਚਾਰ ਆ ਭਾਈ। ਕੂੜ ਰਾਜਾ ਕੂੜ ਪਰਜਾ, ਸਰੀਰ ਤੱਕ ਸੀਮਤ ਹੈ। ਉਹੀ ਤਾਂ ਸਾਹਿਬ ਹੈ। ਸੈਲ ਪੱਥਰ ਮੇਂ ਜਨ ਤੋਂ ਪਾਏ, ਤਾਂਕਾ ਰਿਜਕਾ ਕੇ ਕਰ ਧਰਿਆ, ਦਊ ਕੋਈ ਭਾਈ। ਅਸੀਂ ਤਾਂ ਗੁਆਂਢੀਆਂ ਨੂੰ ਨਹੀਂ ਦਿੰਦੇ ਹੈਗੇ, ਪੱਥਰਾਂ ਜੀਵਨ ਤੋਂ ਕਿਵੇਂ। ਲਾਲਚ ਨੂੰ ਜ਼ਰੂਰ ਪਾਵਾਂਗੇ। ਲਾਲਚੀ ਹੈ, ਲਾਲਚੀ। ਬਿਸ਼ਟਾ ਕਾ ਕੀੜਾ ਬਿਸ਼ਟਾ ਮੇਂ ਸਮਾਏ, ਲਾਲਚੀ ਆ। ਹੈ ਕੋਈ ਇਹੋ ਜਿਹਾ? ਨਾਨਕ ਚਿੰਤਾ ਮਤ ਕਰੋ, ਜਲ ਮੇਂ ਜਨ ਤੋਂ ਪਾਏ, ਤਿੰਨਾ ਵੀ ਰੋਜੀ ਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੈਸੀ ਹੀ ਹੈ, ਜਲ ਮੇਂ ਜਨ ਤੋਂ ਪਾਏ, ਤਿੰਨਾ ਵੀ ਰੋਜੀ ਦੇ ਦੂ ਕੋਈ। ਹੈ ਕੋਈ ਸੰਸਾਰ 'ਚ? ਉਹੀ ਤਾਂ ਸਾਹਿਬ ਹੈ ਭਾਈ। ਫਿਰ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੀ, ਅਗਨਤ ਭਰੇ ਭੰਡਾਰ। ਦੇ ਦੂ ਕੋਈ ਹੈਗਾ? ਸਾਰਿਆਂ ਨੂੰ ਦੇ ਦੂ। ਬਸ ਇਹੀ ਸਮਝਣਾ ਸੀ। ਬਾਣੀ ਇਹੀ ਤਾਂ ਸਮਝਾਉਂਦੀ ਹੈ, ਯੁੱਗ ਮੇਂ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ ਭਾਈ। ਹੁਣ ਮਾਇਆ ਤੋਂ ਛੁਟਕਾਰਾ ਪਾਉਣਾ। ਜਦੋਂ ਮਾਇਆ ਤੋਂ ਅਸੀਂ ਮੁਕਤ ਹੁੰਦੇ ਹਾਂ, ਸੰਤੋਖ ਆ ਜਾਂਦਾ ਸਾਨੂੰ। ਪਹਿਲਾਂ ਗਿਆਨ ਪਦਾਰਥ, ਫਿਰ ਮੁਕਤੀ। ਸੰਤੋਖ ਤੋਂ ਬਾਅਦ ਫਿਰ ਸਾਨੂੰ ਸੱਚ ਦੀ ਸਮਝ ਆਉਂਦੀ ਹੈ। ਫਿਰ ਸਾਨੂੰ ਸੱਚ ਦੀ ਜਿਹੜੀ ਬਾਣੀ ਹੈ ਫਿਰ ਚੰਗੀ ਲੱਗਦੀ ਹੈ। ਫਿਰ ਸਾਨੂੰ ਬਾਣੀ ਮਿੱਠੀ ਲੱਗਦੀ ਹੈ। ਉਸ ਤੋਂ ਪਹਿਲਾਂ ਜਿਹੜੀ ਅਸੀਂ ਪੜ੍ਹਦੇ ਹਾਂ, ਸਵਾਰਥ ਕਰਕੇ ਪੜ੍ਹਦੇ ਹਾਂ, ਇੱਛਾ ਕਰਕੇ, ਲਾਲਚ ਕਰਕੇ, ਮਾਇਆ ਕਰਕੇ ਨਹੀਂ ਭਾਈ। ਮਾਇਆ ਸਾਡੀ ਮੱਤ ਨਾਲ ਨਹੀਂ ਆਉਂਦੀ। ਜਿਸ ਤਨ ਕੋ ਚਾਰ ਕੁੰਟ ਉਠਤਾਵੇ, ਸੋ ਤਨ ਹਰ ਸੇਵਾ ਤੇ ਪਾਵੇ। ਉਹ ਵੀ ਹਰੀ ਦੀ ਕਿਰਪਾ ਨਾਲ ਮਿਲਦੀ ਹੈ। ਸਾਹਿਬ ਦਾ ਹੁਕਮ ਹੁੰਦਾ ਹੈ ਤਾਂ ਸਾਡਾ ਜਨਮ ਹੁੰਦਾ ਹੈ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਈ। ਫਿਰ ਵੀ ਅਸੀਂ ਕਹਿੰਦੇ ਸਾਨੂੰ ਉੱਥੋਂ ਪੁੱਤ ਮਿਲ ਗਿਆ, ਉੱਥੋਂ ਧੀ ਮਿਲ ਗਈ। ਮੂਰਖਾਂ ਅਸੀਂ, ਸਾਨੂੰ ਗਿਆਨ ਹੀ ਨਹੀਂ ਹੈਗਾ। ਪਿੱਛੇ ਪੜ੍ਹਿਆ ਤਾਂ ਹੈਗਾ ਕੱਲ੍ਹ ਆਪਾਂ, ਮਨ ਅੰਧਾ ਨਾਉ ਸੁਜਾਨ। ਅੰਨਾ ਮਨ ਸਿਆਣਾ ਬਣ ਗਿਆ। ਜਦੋਂ ਕਾਲ ਆਉਂਦਾ ਫਿਰ ਇੱਕ ਨਹੀਂ ਚੱਲਦੀ। ਸੱਤਾ ਜੋੜੀ ਕਰਦਾ ਜਦੋਂ ਸਮਾਂ ਨਿਕਲ ਜਾਂਦਾ ਹੈ। ਉਹ ਸਾਹਿਬ ਆ ਭਾਈ। ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰੇ ਅਸੀਂ। ਫਿਰ ਅਸੀਂ ਇਹ ਕਾਰ ਦੇ ਵਿੱਚ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਮਨ ਬੁੱਧੀ ਨਿਹਾਲ ਹੋ ਜਾਂਦੇ ਨੇ, ਰੱਜ ਜਾਂਦੇ ਨੇ। ਮਾਇਆ ਤੋਂ ਮੁਕਤ ਹੋਣਾ ਹੀ ਰੱਜ ਜਾਣਾ। ਇਹ ਐਸਾ ਗਿਆਨ ਹੈ, ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਛੂਟ ਜਾਏ ਪਰਮਾਈ। ਇਹ ਸ਼ਬਦ ਨੂੰ ਵਿਚਾਰਦੇ ਅਸੀਂ ਸੰਸਾਰ ਦੇ ਜਿਹੜਾ ਮੋਹ ਦਾ, ਮਾਇਆ ਦਾ ਨਸ਼ਾ ਸਾਨੂੰ ਚੜ੍ਹਿਆ ਨਾ, ਪਾਹ ਚੜ੍ਹਿਆ, ਉਹ ਬਾਣੀ ਲਾ ਦਿੰਦੀ ਹੈ। ਆਪਦਾ ਪਾਹ ਚੜ੍ਹ ਜਾਂਦਾ ਹੈ। ਜਿਵੇਂ ਆਪਾਂ ਸੰਸਾਰੀ ਕਹਿੰਦੇ ਵੀ ਉਹਦੀ ਸੰਗਤ ਕਰਕੇ ਇਹਨੂੰ ਪਾਹ ਚੜ੍ਹ ਗਿਆ। ਬਾਣੀ ਸੰਸਾਰੀ ਪਾਹ ਲਾਉਂਦੀ ਹੈ। ਪਾਹ ਸਾਡਾ ਚੜ੍ਹਿਆ ਨਹੀਂ ਗਾ। ਬਾਣੀ ਦਾ ਪਾਹ ਹਲੇ ਚੜ੍ਹਿਆ ਨਹੀਂ। ਅਸੀਂ ਸੰਤ ਪਹਿਲਾਂ ਬਣ ਜਾਂਦੇ ਹਾਂ, ਸਤਿਗੁਰੂ ਬਣ ਜਾਂਦੇ ਹਾਂ, ਗੁਰੂ ਬਣ ਜਾਂਦੇ ਹਾਂ, ਵਿਦਵਾਨ ਬਣ ਜਾਂਦੇ। ਸਮਝ ਤਾਂ ਸਾਨੂੰ ਆਇਆ ਨਹੀਂ ਕੁਛ ਹੈਗਾ। ਸਰੀਰ ਕਰਕੇ ਬਣਦੇ ਆ ਭਾਈ, ਆਤਮਾ ਕਰਕੇ ਬਣੋ। ਆ ਜਾਓ, ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ। ਕਰੋ ਬਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਹੀਆਂ ਖਾੜ ਚਲੋ ਹਰ ਲਾਹਾ। ਇਹ ਹਰ ਲਾਹਾ ਹਰ ਕਥਾ ਹੈ ਬਾਣੀ। ਇਹ ਹਰ ਦੇ ਗਿਆਨ ਤੋਂ ਬਾਅਦ ਫਿਰ ਹਰ ਦਰਸ਼ਨ ਹੋਣਾ ਆਪਾਂ ਨੂੰ। ਫਿਰ ਸੰਤ ਲੋਕ ਜਾਣਾ ਆਪਾਂ, ਜਿੱਥੇ ਸ਼ਾਂਤੀ ਹੈ। ਸੰਤ ਲੋਕ ਤੋਂ ਭਾਵ ਧਿਆਨ ਦੀ ਦੁਨੀਆ, ਕਲਪਨਕ ਦੁਨੀਆ ਇੱਥੇ ਰਹਿ ਜਾਂਦੀ ਹੈ। ਅੰਮ੍ਰਿਤ ਲੋਕ ਆ, ਇੱਥੇ ਹੀ ਭਾਲੀ ਜਾਂਦੇ ਸਾਰਾ ਕੁਝ। ਅਸੀਂ ਤਾਂ ਬਾਣੀ ਨੂੰ ਵਿਚਾਰਦੇ ਨਹੀਂ, ਤਾਂ ਕਰਕੇ ਅਸੀਂ ਕੁਛ ਵੀ ਕਹੀ ਜਾਂਦੇ ਹਾਂ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਅਣਜਾਣੂ ਭਾਈ। ਸਮਾਂ ਆ ਜਾਂਦਾ ਵਾ। ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰੈਂਸੀ। ਫਿਰ ਜਦੋਂ ਕਿਰਪਾ ਹੁੰਦੀ ਹੈ ਹੁਕਮ ਦੀ, ਅੰਤਰਾਤਮਾ ਦੀ ਆਵਾਜ਼ ਸਤਿਗੁਰ ਨੂੰ, ਮੇਘੇ ਨੂੰ ਪ੍ਰਮਾਣ ਹੋਆ ਬਰਸੋ ਕਿਰਪਾ ਧਾਰ। ਉਹ ਮੇਘਾ ਹੈ ਭਾਈ। ਅਸੀਂ ਬਾਹਰ ਮੇਘ ਬਣ ਜਾਂਦੇ ਹਾਂ, ਬੜੇ ਬੜੇ ਆਗੂ ਧਰਮ ਦੇ ਬਣ ਜਾਂਦੇ ਹਾਂ। ਓੜਾ ਸਾਨੂੰ ਆਉਂਦਾ ਨਹੀਂ ਹੈਗਾ। ਕਾਲ ਬੋਦੀਆਂ ਤੋਂ ਫੜ ਕੇ ਲੈ ਜਾਂਦਾ ਹੈ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਜਿਹੜੇ ਹੁਕਮ ਨੂੰ ਮੰਨ ਲੈਂਦੇ ਨੇ, ਸਮਝ ਲੈਂਦੇ ਨੇ, ਜਿਹਨਾਂ ਦਾ ਮਨ ਭਾਣੇ 'ਚ ਆ ਜਾਂਦਾ, ਉਹਨਾਂ ਨੂੰ ਇਹ ਸੇਵਾ ਮਿਲਦੀ ਹੈ। ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਭਾਈ। ਮਾਇਆ ਪਾਰ ਕਰ ਜਾਂਦੇ। ਉਹ ਨਹੀਂ ਭਾਈ ਸੇਵਕ। ਸਰੀਰ ਕਰਕੇ ਨਹੀਂ, ਆਤਮਾ ਕਰਕੇ। ਸਰੀਰ ਕਰਕੇ ਸਾਰੀ ਸੇਵਾ ਕਰਦੇ ਹਾਂ ਅਸੀਂ, ਸਾਰੀ ਪੂਰਨ ਬੰਨੀ ਜਾਂਦੇ ਆਪਦੇ ਆਪ ਨੂੰ। ਹੁਕਮ ਮੰਨੀਏ ਹੋਈ ਪ੍ਰਵਾਨ,
ਤਾਂ ਖਸਮੇ ਕਾ ਮਹਿਲ ਪਾਏ ਸੀ। ਫਿਰ ਇਹ ਮਹਿਲ ਸੱਚਖੰਡ ਜਿੱਥੋਂ ਆਤਮਾ ਟੁੱਟ ਕੇ ਆਈ ਸੀ ਉੱਥੇ ਪਹੁੰਚ ਜਾਂਦੇ ਹਾਂ ਅਸੀਂ। ਜਿਨੀ ਨਾਮ ਤੇ ਆਇਆ ਗਈ ਮਸਕਤ ਕਾਲ ਖਤਮ ਸਾਧ ਕੇ ਸੰਗ ਨਾਹੀ ਕਿਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ। ਕਾਲ ਖਤਮ ਹੋ ਜਾਂਦੀ ਹੈ ਸੰਸਾਰੀ, ਜੰਮਣ ਮਰਨ ਖਤਮ, ਭੈ ਖਤਮ, ਜੀਵਾਤਮਾ ਮਨ ਬੁੱਧੀ ਮਨ ਨੂੰ ਜਿੱਤ ਕੇ ਆਪਦੇ ਘਰ ਚਲੀ ਜਾਂਦੀ ਹੈ, ਆਪਦੇ ਮੂਲ ਹਰ ਚ ਲੈ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਸਾਹਿਬ ਦਾ ਦਰਸ਼ਨ ਹੁੰਦਾ ਹੈ। ਉਹ ਤਾਂ ਹੁਕਮ, ਉਹੀ ਤਾਂ ਨਾਮ ਹੈ ਭਾਈ, ਨਾਮੇ ਉਤਪਤ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾਏ ਸੀ। ਉਹ ਸੇਵਕ ਨੇ ਭਾਈ ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਫਿਰ ਸਾਨੂੰ ਦਰਗਾਹ ਜਗ੍ਹਾ ਮਿਲਦੀ ਹੈ। ਜੈ ਪੰਥ ਤੇਰਾ ਕੋਨ ਅਸੀਂ ਆਨੂੰ ਹਰ ਕਾ ਨਾਮ ਤੇ ਨਾਲ ਸਾਨੂੰ ਜਿਹੜੇ ਹਰ ਨਾਮ ਦੀ ਕਮਾਈ ਕਰਨਗੇ ਉਹ ਪਹੁੰਚ ਜਾਣਗੇ ਉੱਥੇ ਭਾਈ। ਸਰੀਰ 'ਚ ਰਹਿੰਦੇ ਰਹਿੰਦੇ, ਮਰਨ ਤੋਂ ਬਾਅਦ ਨਹੀਂ, ਮਰਨ ਤੋਂ ਬਾਅਦ ਤਾਂ ਸਰੀਰ ਤੋਂ ਬਾਅਦ ਤਾਂ ਜੰਮਣ ਮਰਨ ਚਲੇ ਜਾਣਾ ਸੀ। 84 ਲੱਖ ਜੂਨੀ ਫਿਰ ਸਜ਼ਾ ਮਿਲਦੀ ਹੈ। ਬਹੁਤ ਸਜ਼ਾਏ ਪਿਆ ਦੇਸ ਲੰਬੇ, 84 ਲੱਖ ਦੀ ਜੇਲ੍ਹ ਨੂੰ ਫਿਰ ਹੋ ਜਾਂਦੀ ਹੈ। ਇਹ ਹੁਣ ਲਾਸਟ ਜੇਲ੍ਹ ਹੈ ਆਪਣੀ। ਜਿਨ ਹਰ ਨਿਰਭਉ ਧਿਆਇਆ ਤੈਨ ਟੋਟੀ ਚਮਕੀ ਫਾਸੀ। ਫਾਸੀ ਛੁੱਟੀ ਨਹੀਂ, ਭਗਤ ਅਸੀਂ ਪਹਿਲਾਂ ਬਣ ਜਾਂਦੇ ਹਾਂ। ਉਹੀ ਤਾਂ ਸਮਝਣਾ ਸੀ ਭਾਈ, ਹਰ ਹਰ ਨਾਮ 'ਚ ਪੰਥੀਆਂ ਕਿਸੇ ਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਕਪਾਲ। ਉਹ ਕੀਤਾ ਹੀ ਨਹੀਂ ਅਸੀਂ। ਇਹ ਹਰ ਕਥਾ ਹੈ ਬਾਣੀ ਸਭ ਤੋਂ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰ ਦੁੱਖ ਲੱਥਾ। ਨਾਮ ਨੂੰ ਸੁਣਦੇ ਸਮਝਦਾ ਸੰਸਾਰੀ ਦੁੱਖਾਂ ਦਾ ਪਤਾ ਨਹੀਂ ਲੱਗਦਾ ਹੈਗਾ। ਅਸੀਂ ਕੀ ਕਰਦੇ ਹਾਂ? ਭਗਤ ਕਬੀਰ ਜੀ ਕੀ ਸਮਝਾਉਂਦੇ ਆ? ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਏ ਏਕਸ ਹਰ ਕੇ ਨਾਮ ਵਿਨ ਬੱਦੇ ਜੰਪੁਰ ਜਾਏ। ਸਾਰਿਆਂ ਨੂੰ ਕਹਿੰਦੇ ਜੰਮ ਬਣ ਕੇ ਲੈ ਜਾਂਦਾ, ਆਪਾਂ ਨੂੰ ਬਣ ਕੇ ਲੈ ਜਾਊਗਾ। ਫਿਰ ਕੀ ਕਰਾਂਗੇ? ਆਪਾਂ ਨਹੀਂ ਇਹ ਗਲਤੀ ਕਰਨੀ। ਸੰਸਾਰ ਦੀਆਂ ਵਡਿਆਈਆਂ ਸੋਭਾ ਇਹ ਤੋਂ ਖਹਿੜਾ ਛਡਾਉਣਾ ਭਾਈ। ਫਿਰ ਕਾਲ ਨੇ ਛੱਡਣਾ। ਇਹ ਤਮਾਸ਼ਾ ਹੈ ਕਾਲ ਦਾ। ਸਗਲ ਕਾਲ ਕਾ ਕੀਆ ਤਮਾਸ਼ਾ। ਰੋਜ਼ ਚੌਪਈ ਸਾਹਿਬ ਵੀ ਪੜ੍ਹਦੇ ਹਾਂ। ਫਿਰ ਇਹ ਮਹਿਲ ਮਿਲਣਾ ਆਪਾਂ ਨੂੰ। ਫਿਰ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਖਸਮੇ ਭਾਵੇ ਸੋ ਕਰੇ ਮਨੁ ਚਿੰਦਿਆਂ ਸੋ ਫਲ ਪਾਏ ਸੀ। ਖਸਮੇ ਭਾਵੇ ਜੋ ਹੁਕਮ 'ਚ ਹੋ ਰਿਹਾ ਉਹਨੂੰ ਮਿੱਠਾ ਕਰਕੇ ਮੰਨਣਾ, ਉਹਦੇ ਭਾਣੇ 'ਚ ਰਹਿਣਾ। ਉਸ ਬਸਤਾ ਜਾ ਕੇ ਫਿਰ ਉਹ ਪੌੜੀ ਆਪਾਂ ਨੂੰ ਸਮਝ ਆਉਂਦੀ ਹੈ। ਘੱਲੇ ਆਵੇ ਨਾਨਕਾ, ਉਹਦੇ ਹੁਕਮ ਨਾ ਆਏ ਸੀ ਨਾ, ਹੁਣ ਹੁਕਮ ਆ ਗਿਆ ਸੱਦੇ ਤਿਆਰ ਰਹੋ। ਪਰ ਅਸੀਂ ਤਾਂ ਲੇਰਾਂ ਮਾਰ ਲੱਗ ਜਾਂਦੇ, ਰੋਣ ਲੱਗ ਜਾਂਦੇ ਜਦੋਂ ਹੁਕਮ ਆਉਂਦਾ। ਨੱਚ ਨੱਚ ਹੱਸੈ ਚੱਲੇ ਸੋ ਰੋਏ। ਸੰਸਾਰ 'ਚ ਹੱਸਦੇ ਖੇਡਦੇ ਜਦੋਂ ਕਾਲ ਆਉਂਦਾ ਫਿਰ ਰੋਣ ਲੱਗ ਜਾਂਦੇ। ਸੁਭਾਅ ਆ ਸਾਡਾ, ਹੱਸਦਿਆਂ ਨੇ ਜਾਣਾ। ਰੋਤੋ ਆਵੇ ਸੋ ਹੱਸੈ। ਭਗਤ ਕਬੀਰ ਜੀ ਕਹਿੰਦੇ ਜਿਹਨੇ ਰੋਣਾ ਸਮਝ ਲਿਆ, ਜਦੋਂ ਜੀ ਬੱਚਾ ਜਨਮ ਲੈਂਦਾ ਕਿਉਂ ਰੋਂਦਾ, ਜਿਹਨੇ ਸਮਝ ਲਿਆ ਫਿਰ ਉਹੀ ਹੱਸਦਾ ਜਾਊਗਾ ਇੱਥੋਂ। ਫਿਰ ਜਿਹੜਾ ਇੱਥੇ ਆ ਕੇ ਮਾਇਆ ਨਾਲ ਹੱਸਣ ਲੱਗ ਗਿਆ, ਖੇਡਣ ਲੱਗ ਗਿਆ, ਸੰਸਾਰ ਦੀ ਬਿੜਈਆਂ 'ਚ ਫਸ ਗਿਆ ਕਹਿੰਦੇ, ਫਿਰ ਉਹ ਕੀ ਹੋਊਗਾ? ਹੱਸ ਤੋਂ ਆਵੇ ਤੋਂ ਰੋਤੋ ਜਾਏ। ਫਿਰ ਰੋਂਦਾ ਜਾਊਗਾ ਭਾਈ। ਨਹੀਂ ਸਮਝਣਾ ਇਹਨੂੰ। ਦੋ ਹੀ ਪੱਖ ਬਾਣੀ ਆਪਾਂ ਨੂੰ ਸਮਝਾਉਂਦੀ ਹੈ, ਸੱਚ ਔਰ ਝੂਠ। ਝੂਠ ਦਾ ਆਪਾਂ ਛੁਟਕਾਰਾ ਪਾ ਲੈਣਾ ਵਾ। ਝੂਠ ਕੀ ਸੰਸਾਰ ਇਹ ਮ੍ਰਿਤ ਲੋਕ ਹੈ, ਛੱਡਣਾ ਪੈਣਾ ਸਾਨੂੰ। ਸਾਡਾ ਜਾਣ ਨੂੰ ਜੀਅ ਨਹੀਂ ਕਰਦਾ ਤਾਂ ਕੀ ਹੋਇਆ? ਤਾਂ ਦਰਗੇ ਪੈਂਦਾ ਜਾਏ ਸੀ। ਦਰਗਾਹ ਦੇ ਵਿੱਚ ਤਾਂ ਭਾਈ ਸਾਨੂੰ ਜਗ੍ਹਾ ਮਿਲਣੀ ਹੈ ਜੇ ਸਾਹਿਬ ਦਾ ਹੁਕਮ ਹੋਊਗਾ। ਹੁਣ ਸਾਹਿਬ ਦਾ ਹੁਕਮ ਕਿਹਨੂੰ ਹੁੰਦਾ ਹੈ? ਸਾਡੇ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ, ਬਾਣੀ ਵਿੱਚ ਉਹਨੂੰ ਸਤਿਗੁਰ ਕਿਹਾ ਗਿਆ। ਸਤਿਗੁਰ ਦੀ ਬਾਣੀ ਹੈ ਇਹ। ਸਭ ਤੋਂ ਪਹਿਲਾਂ ਆਪਾਂ ਨੂੰ ਬਾਣੀ ਨੂੰ ਸਤ ਕਰਕੇ ਮੰਨਣਾ, ਭਾਣੇ ਚੱਲਣਾ, ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਣਾ। ਨਦੀਆਂ ਪਵਹਿ ਸਮੁੰਦਰ ਨਾ ਜਾਣੀ, ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਐਂ ਚੱਲਣਾ। ਫਿਰ ਅਸੀਂ ਆਪਣੇ ਘਰ 'ਚ ਪਹੁੰਚਦੇ ਹਾਂ। ਫਿਰ ਸਾਹਿਬ ਦਾ ਦਰਸ਼ਨ ਹੁੰਦਾ ਵਾ। ਉਹਦੀ ਕਿਰਪਾ ਤੋਂ ਬਿਨਾਂ ਕਿਵੇਂ ਦਰਸ਼ਨ ਹੋਊਗਾ? ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ। ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ। ਫਿਰ ਜੇ ਸਤਿਗੁਰ ਸੱਚ ਦਾ ਗਿਆਨ ਸਾਨੂੰ ਹੁੰਦਾ ਹੈ ਜਦੋਂ ਅੰਤਰਾਤਮਾ ਨੂੰ ਹੁਕਮ ਹੁੰਦਾ ਵਾ, ਸਤਿਗੁਰ ਹੋਏ ਦਿਆਲ ਨਾ ਕਬੂ ਚੋਰੀਏ। ਫਿਰ ਸਾਨੂੰ ਸਮਝ ਆਉਂਦੀ ਹੈ, ਸਾਡਾ ਸੰਸਾਰ ਤੋਂ ਛੁਟਕਾਰਾ ਹੋ ਜਾਂਦਾ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਫਿਰ ਸਮਝ ਆਉਂਦੀ ਹੈ ਵੀ ਦੁੱਖ ਕੀ ਸੀ। ਦੁੱਖ ਸੀਗਾ ਆਤਮਾ ਪਰਾਤਮਾ ਨਾਲ ਵਿਛੜੀ ਸੀ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਵੇ ਰੋਗ। ਪਰਮੇਸ਼ਰ ਨੂੰ ਭੁੱਲੇ ਹੋਏ ਸੀ, ਫਿਰ ਰੋਗ ਤਾਂ ਜੰਮਣ ਮਰਨ ਦੇ ਆਉਣੇ ਸੀ ਭਾਈ। ਫਿਰ ਸਮਝ ਆ ਜਾਂਦੀ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਫਿਰ ਸਾਡੇ 'ਤੇ ਹਰ ਰੰਗ ਚੜ੍ਹਦਾ ਹੈ। ਹਰ ਰੰਗ ਕਥਾ ਬਾਣੀ ਹੈ ਭਾਈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ।
ਇਹ ਸਾਧ ਸੰਗਤ ਕਰਨੀ ਹੈ ਸ਼ਬਦ ਦੀ ਭਾਈ। ਮਨ ਨੂੰ ਸਾਧਨਾ ਹੈ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਈ। ਫਿਰ ਇਹ ਸਾਧ ਸੰਗਤ ਪ੍ਰਾਪਤ ਹੁੰਦੀ ਜਦੋਂ ਮਨ ਨੂੰ ਬੁੱਧੀ ਸਾਧ ਲੈਂਦੀ ਹੈ, ਮਨ ਨੂੰ ਚਿੱਤ ਲੈਂਦੀ ਹੈ। ਜਿਹੜੀ ਅਸੀਂ ਸਾਧ ਸੰਗਤ ਬਾਹਰ ਕਰਦੇ ਹਾਂ ਉਹ ਬਾਹਰਲੀ ਹੈ, ਸਰੀਰ ਕਰਕੇ ਹੈ। ਇਹ ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਕਰੋ ਬਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਸੰਤ ਲੋਕ ਜਾਣਾ ਭਾਈ ਆਪਾਂ, ਉੱਥੇ ਧਿਆਨ ਹੀ ਜਾਂਦਾ ਵਾ। ਇਹ ਗਿਆਨ ਹੀ ਫਿਰ ਧਿਆਨ ਬਣ ਜਾਂਦਾ ਹੈ। ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਜਮ ਖਤਮ। ਇਹ ਜਮ ਮਾਰਗ ਹੈ ਸੰਸਾਰ, ਮੁਕਤੀ ਮਿਲ ਜਾਂਦੀ ਹੈ, ਮੁਕਤੀ ਮਾਰਗ ਹੈ ਭਾਈ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਹ ਗੁਰ ਸ਼ਬਦ ਦਾ ਗਿਆਨ ਸਾਨੂੰ ਸੰਸਾਰ 'ਚੋਂ ਮੁਕਤੀ ਦਵਾ ਦਿੰਦਾ ਹੈ। ਪਹਿਲਾ ਗਿਆਨ, ਫਿਰ ਦੂਆ ਮੁਕਤੀ, ਸੰਤੋਖ, ਸਾਡਾ ਸੰਸਾਰ 'ਚੋਂ ਖਹਿੜਾ ਛੁੱਟ ਜਾਂਦਾ ਹੈ। ਉਸ ਤੋਂ ਬਾਅਦ ਸਾਨੂੰ ਦਰਸ਼ਨ ਹੁੰਦਾ ਸਾਹਿਬ ਦਾ, ਹੁਕਮ ਦਾ, ਨਾਮ ਦਾ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਬਸ ਫਿਰ ਖਤਮ। ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ। ਫਿਰ ਉਸ ਅਵਸਥਾ ਜਾ ਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰਾਂ ਦੇ ਵਚਨ ਨੇ ਸੁੱਖ ਤੇਰਾ ਦਿੱਤਾ ਲਈ। ਜਿਹੜੇ ਅਸੀਂ ਸੁੱਖ ਭਾਲਦੇ ਹਾਂ ਉਹ ਸਰੀਰ ਕਰਕੇ, ਕਿੰਨਾ ਕੁ ਚਿਰ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੇ, ਹੁਣ ਜਾਨੂੰ ਭਾਈ ਕਾਲ ਆ ਜਾਂਦਾ, ਫਿਰ ਕੀ ਕਰਾਂਗੇ। ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਏ। ਫਿਰ ਅਸੀਂ ਉਹ ਨਾਮ, ਹੁਕਮ, ਖਜ਼ਾਨਾ ਉਹਦੇ ਨਾਲ ਜੁੜਦੇ ਹਾਂ। ਨੌ ਨਿਧ ਨਵਾਂ ਖਜ਼ਾਨਾ, ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸਕਾ ਵਿਸਰਾਮ। ਮਨ ਦੇ ਨਾਲ ਹੀ ਹੈ ਭਾਈ, ਇਹ ਸਰੀਰ 'ਚ ਨਹੀਂ ਹੁੰਦਾ, ਮਨ ਦੇ ਨਾਲ। ਮਨ ਕਿੱਥੇ, ਪਹਿਲਾਂ ਮਨ ਨੂੰ ਖੋਜੋ। ਗਿਆਨ ਤੋਂ ਬਾਅਦ ਪਤਾ ਲੱਗਦਾ ਆਪਾਂ ਨੂੰ ਕਿੱਥੇ ਹੈ ਖਜ਼ਾਨਾ। ਇਹ ਅੰਦਰ ਹੀ ਹੈ ਸਾਡੇ, ਬਾਹਰ ਲੱਭਦੇ ਫਿਰਦੇ ਆ। ਦੇਹੀ ਮੇਂ ਇਸਕਾ ਵਿਸਰਾਮ। ਸੁੰਨ ਸਮਾ, ਜਦੋਂ ਮਨ ਸੁੰਨ ਹੋ ਜਾਂਦਾ ਹੈ ਫਿਰ ਉਹ ਤੁਰਕੀ ਬਾਣੀ ਸੁਣਦੀ ਹੈ। ਫਿਰ ਉਹ ਨਾਮ ਦਾ ਖਜ਼ਾਨਾ, ਉਹ ਹੁਕਮ ਨਾਲ ਜੁੜਦੇ ਹਾਂ ਅਸੀਂ। ਸੁੰਨ ਸਮਾਤ ਹੈ ਅਨਹਦ ਨਾਦ। ਫਿਰ ਉਹ ਨਾਦ, ਉਹ ਤੁਰਕੀ ਬਾਣੀ, ਹੁਕਮ ਸਾਹਿਬ ਦਾ, ਉਸ ਪਸਤਾ ਜਾ ਕੇ ਸੁਣਦਾ। ਕਹੀ ਨਾ ਜਾਈ ਅਚਰਜ ਬਿਸ਼ਮਾਲ। ਫਿਰ ਉਹ ਬਿਆਨ ਤੋਂ ਪਰੇ ਹੈ ਭਾਈ, ਗਾਹਾਂ ਦੀ ਖੇਲ। ਨਾਨਕ ਕਥਨਾ ਕਰੜਾ ਸਾਰ। ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ। ਫਿਰ ਜਾ ਕੇ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਚਲੇ ਜਾਂਦੇ ਆ। ਪਹਿਲਾਂ ਸਤਿਗੁਰ ਦੇ ਵਿੱਚ ਇੱਕ ਹੋ ਜਾਂਦੇ ਨੇ, ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਫਿਰ ਉਸ ਤੋਂ ਬਾਅਦ ਸਾਹਿਬ ਦਾ ਦਰਸ਼ਨ ਹੁੰਦਾ ਵਾ। ਅਸੀਂ ਤਾਂ ਸਿੱਧਾ ਹੀ ਰੱਬ ਦਾ ਦਰਸ਼ਨ ਭਾਲਦੇ ਹਾਂ। ਸਾਡੀ ਬੁੱਧੀ ਇੰਨੀ ਹੈਗੀ, ਪਹਿਲਾਂ ਤਾਂ ਸੱਚ ਦੇ ਗਿਆਨ ਤੋਂ ਬਿਨਾਂ ਤਾਂ ਅਸੀਂ ਬਾਹਰ ਹੀ ਭਾਲਦੇ ਹਾਂ ਸਾਰਾ ਕੁਛ, ਵੀ ਸਾਹਮਣੇ ਆ ਕੇ ਦੇ ਦਰਸ਼ਨ। ਫਿਰ ਸਾਖੀਆਂ ਬਣ ਗਈਆਂ, ਇਤਿਹਾਸ ਬਣ ਗਿਆ, ਉਹਦੇ ਨਾਲ ਜੁੜ ਗਏ। ਨਹੀਂ ਭਾਈ, ਇਹ ਸਭ ਝੂਠ ਹੈ, ਇਹ ਕਾਲ ਦਾ ਤਮਾਸ਼ਾ ਹੈ। ਉਹੀ ਸਾਹਿਬ ਆ ਇੱਕ ਹੈ ਭਾਈ। ਉਹ ਜਦੋਂ ਦਿਆਲ ਹੁੰਦਾ ਫਿਰ ਕਿਰਪਾ ਹੁੰਦੀ ਹੈ, ਫਿਰ ਅਸੀਂ ਬਾਣੀ ਨਾਲ ਜੁੜਦੇ ਹਾਂ। ਫਿਰ ਬੇਨਤੀ ਕਰਨੀ ਹੈ, ਦਇਆ ਮਇਆ ਕਰ ਪ੍ਰਾਣਪਤ ਪਿਆਰੇ, ਮੋਹਿਆ ਨਾਥ ਤੁਮਰੀ ਸ਼ਰਨ ਆਈ। ਤੇਰੀ ਸ਼ਰਨ ਆਏ ਹਾਂ ਦਾਤਾ। ਦਇਆ ਬਾਣੀ ਨਾਲ ਜੁੜ ਗਏ ਅਸੀਂ, ਮਇਆ ਕੀ ਨਾਮ ਦਾ ਦਰਸ਼ਨ ਹੋ ਜਾਵੇ, ਸਾਡਾ ਸੰਸਾਰ ਤੋਂ ਛੁਟਕਾਰਾ ਹੋਵੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਾਹਿਬ ਦੀ ਕਿਰਪਾ ਲਈਏ। ਇਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਧਿਆਨ ਦਾ ਵਿਸ਼ਾ ਹੈ। ਬਾਣੀ ਸਾਨੂੰ ਗਿਆਨ ਕਰਾਉਂਦੀ ਆ, ਫਿਰ ਗਿਆਨ ਹੀ ਧਿਆਨ ਬਣ ਜਾਂਦਾ। ਧਿਆਨ ਤੋਂ ਬਾਅਦ ਫਿਰ ਬੁੱਝਣ ਦੀ ਖੇਲ ਰਹਿ ਜਾਂਦੀ ਹੈ, ਉਹ ਬਿਆਨ ਤੋਂ ਪਰੇ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਗੁਰਸ਼ਬਦ ਦੀ ਕਮਾਈ ਕਰੀਏ। ਫਿਰ ਸਾਨੂੰ ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਹੋਣੀ ਆ, ਇੱਕ ਇੱਕ ਕਰਕੇ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਸਾਧ ਜਨਾਂ ਦੀ ਬਾਣੀ ਹੈ। ਪਹਿਲਾਂ ਸ਼ੁਰੂਆਤ ਦੇ ਵਿੱਚ ਆਪਾਂ ਨੂੰ ਗਿਆਨ ਹੋਣਾ, ਉਹ ਪਹਿਲਾ ਪਦਾਰਥ ਹੈ। ਫਿਰ ਗਿਆਨ ਤੋਂ ਬਾਅਦ ਮਨ ਚੁੱਪ ਕਰ ਜਾਂਦਾ, ਟਿਕ ਜਾਂਦਾ। ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾ ਸਵਾਰੇ। ਫਿਰ ਸਤਿਗੁਰ 'ਤੇ ਛੱਡ ਦਿੰਦਾ ਹੈ। ਫਿਰ ਦੂਆ ਪਦਾਰਥ ਮੁਕਤੀ ਸੰਤੋਖ, ਸੰਸਾਰ 'ਚੋਂ ਛੁਟਕਾਰਾ। ਤੀਜਾ ਪਦਾਰਥ ਫਿਰ ਸਾਹਿਬ ਦਾ ਦਰਸ਼ਨ, ਹੁਕਮ ਦਾ। ਚੌਥਾ ਜਦੋਂ ਉਹਦੇ ਵਿੱਚ ਸਮਾ ਜਾਂਦੇ ਹਾਂ ਅਸੀਂ। ਇਹ ਚਾਰ ਪਦਾਰਥ ਨੇ, ਇਹ ਪ੍ਰਾਪਤੀ ਕਰਨੀ ਹੈ ਭਾਈ। ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋਣੀ ਹੈਗੀ। ਇਹੀ ਤਾਂ ਆਪਾਂ ਕਿਰਪਾ ਲੈਣੀ ਆ। ਆਪਾਂ ਤਾਂ ਲੋਕਾਂ ਦੀ ਕਿਰਪਾ ਕਰੀ ਜਾਂਦੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਅਸੀਂ ਵੀ ਸਾਹਿਬ ਦੀ ਕਿਰਪਾ ਦੇ ਪਾਤਰ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।